परम सत्कारयोग सतगुरां दी साजी निवाजी गुरु रूप प्यारी गुरु सवारी साध संगत जी, नितनेम कर्म अनुसार आप जी गुरु साहिब जी महाराज जियां दे चरना कमलों की हाज़री भरते हाँ। सतगुरां ने महान बख्शिश की है। सतगुरां की किरपा दे नाल ये सुभाग समा प्राप्त होया है। सतसंग दियां मुल घड़ियां भागां वाले प्राणियां नूं प्राप्त हुंदियां ने। साहिब श्री गुरु नानक देव साहिब जी महाराज बचन करते ने, अमृत वेला सच नाओ वडियाई विचार। परमात्मा दे नाम की वडियाई करन दा, नाम की वडियाई सुनन दा सुभाग समा प्राप्त हुंदा है। पर गुरु साहिब जी महाराज किरपा करते ने, मनुख नूं बड़ियां हदायतां कीतियां ने सतगुरां ने कि ये तेरा जिहड़ा जन्म है सफला होवे। और इस जन्म दे विच गोविंद मिलन की ये तेरी बरिया परमात्मा नूं मिलन दा तेरे कोल समर्था है। इस जन्म दे अंदर महांडन धर्म दे अंदर एक पुराण हदीद है, एक पुराण हदीस है। पुराण मजीद नूं अल्लाह दी बाणी कहंदे हन। पुराण हदीस हजरत मुहम्मद साहिब जी कहंदे साडे बोल ने। उन्हां नूं पढ़ना गाउणा निरंतर लगातार प्राणियां ने उन्हां दे बचनां नूं धारण कीता है। और उन्हां पुराणां दे बोल ने कि बंदे नूं बंदे दा ये बुत बनाउण वास्ते परमात्मा नूं 230 साल लगे ने। शरीर दा ये बुत बनाउणा, बनतर तैयार करनी 230 सालां दे विच इहदे शरीर नूं पूरा कीता है। क्योंकि जिन्ने भी समाज दे विच अवतारी पुरख होए ने, उन्हां अवतारी पुरखां दे बोल आपस विच दी मेल खांदे ने। इन्ने समय दा विच तां बंदे दे शरीर वाला जिहड़ा बुत है ये तैयार कीता। साहिब श्री गुरु नानक देव साहिब जी महाराज 1469 ਦੇ ਵਿੱਚ ਅਵਤਾਰ ਹੁੰਦਾ ਹੈ ਗੁਰੂ ਨਾਨਕ ਮਹਾਰਾਜ ਦਾ। ਜੇ ਇਹਦੇ ਵਿੱਚ 230 ਸਾਲ ਪਲੱਸ ਕਰੀਏ ਤੇ 1699 ਵਿਸਾਖੀ ਵਾਲਾ ਦਿਨ ਬਣਦਾ ਹੈ।
ਜਿਸ ਦਿਨ ਖਾਲਸੇ ਦਾ ਜਨਮ ਹੋਇਆ। 230 ਸਾਲ ਤਾਂ ਪਰਮਾਤਮਾ ਨੂੰ ਲੱਗੇ ਸੀ ਬੰਦੇ ਦਾ ਬੁੱਤ ਬਣਾਉਣ ਵਾਸਤੇ। ਪੂਰੇ 230 ਸਾਲ ਲੱਗੇ ਨੇ ਬੰਦੇ ਨੂੰ ਪਰਮਾਤਮਾ ਦਾ ਰੂਪ ਬਣਾਉਣ ਵਾਸਤੇ। ਕਰਤਾਰਪੁਰ ਦੀ ਧਰਤੀ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਮਹਾਰਾਜ ਤੋਂ ਪੁੱਛ ਲਿਆ। ਕਹਿਣ ਲੱਗੇ, ਨਾਨਕ ਜੀ ਚਲੋ ਤੁਸੀਂ ਹੋਰ ਤਾਂ ਕਿਸੇ ਦੇ ਸਾਹਮਣੇ ਨਹੀਂ ਦੱਸਦੇ, ਮੈਨੂੰ ਇਕੱਲੇ ਨੂੰ ਦੱਸ ਦਿਓ ਕਿ ਪਰਮਾਤਮਾ ਕਿਹੋ ਜਿਹਾ ਹੈ, ਕਿ ਪਰਮਾਤਮਾ ਕਿਹੋ ਜਿਹਾ ਹੈ। ਹੁਣ ਇਹ ਅਹਿਮ ਸਵਾਲ ਬਾਬਾ ਬੁੱਢਾ ਸਾਹਿਬ ਜੀਆਂ ਨੇ ਪੁੱਛ ਲਿਆ ਗੁਰੂ ਨਾਨਕ ਮਹਾਰਾਜ ਤੋਂ। ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਇਕੱਲਿਆਂ ਨੂੰ ਕਿਉਂ, ਸਾਰੀ ਦੁਨੀਆ ਨੂੰ ਹੀ ਅੱਜ ਦੱਸ ਦਿੰਦੇ ਆ ਕਿ ਪਰਮਾਤਮਾ ਕਿਹੋ ਜਿਹਾ ਹੈ। ਗੁਰੂ ਨਾਨਕ ਦੇ ਬੋਲ ਨੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਇਹ ਜਿਹੜੇ ਬੋਲ ਨੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤੁਸੀਂ ਪੁੱਛਦੇ ਹੋ ਕਿ ਪਰਮਾਤਮਾ ਕਿਹੋ ਜਿਹਾ ਹੈ। ਚਲੋ ਕਹਿੰਦੇ ਅੱਜ ਸਾਰੀ ਦੁਨੀਆ ਨੂੰ ਦੱਸਦੇ ਹਾਂ ਕਿ ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਹੀਂ ਨਾ ਵਿਸਰਦਾ, ਸਦਾ ਵਾਸਤੇ ਜਪਦੇ ਰਹਿੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਜਿਹੜੇ ਨਿਰੰਤਰ ਲਗਾਤਾਰ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ, ਗੁਰੂ ਨਾਨਕ ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਉਹੀ ਪਰਮਾਤਮਾ ਦਾ ਅਸਲੀ ਰੂਪ ਨੇ, ਉਹੀ ਪਰਮਾਤਮਾ ਦਾ ਅਸਲੀ ਰੂਪ ਨੇ। ਤੁਸੀਂ ਪੁੱਛਦੇ ਹੋ ਕਿ ਪਰਮਾਤਮਾ ਦਾ ਅਸਲੀ ਰੂਪ ਕੀ ਹੈ। ਚਲੋ ਸਾਰੀ ਦੁਨੀਆ ਨੂੰ ਦੱਸਿਆ। ਐਡੀ ਵੱਡੀ ਪਦਵੀ ਮਨੁੱਖਤਾ ਨੂੰ ਕਿਸੇ ਹੋਰ ਅਵਤਾਰੀ ਪੁਰਖ ਨੇ ਨਹੀਂ ਦਿੱਤੀ। ਔਰ ਨਾਲ ਨਾਲ ਜਦੋਂ ਭਗਵਾਨ ਰਾਮ ਜੀਆਂ ਨੂੰ ਪੁੱਛਿਆ ਗਿਆ ਸੀ, ਕਹਿਣ ਲੱਗੇ ਹੁਣ ਤੁਸੀਂ ਤੇ ਆਪਣਾ ਸਰੀਰ ਛੱਡ ਚੱਲੇ ਹੋ ਤੇ ਤੁਹਾਡੇ ਦਰਸ਼ਨ ਕਿੱਥੇ ਹੋਣਗੇ। ਉਹਨਾਂ ਨੇ ਕਿਹਾ ਅਯੁੱਧਿਆ ਦੇ ਵਿੱਚ। ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛਿਆ, ਕਹਿੰਦੇ ਤੁਸੀਂ ਸਰੀਰ ਛੱਡ ਚੱਲੇ ਹੋ ਤੇ ਤੁਹਾਡੇ ਦਰਸ਼ਨ ਕਿੱਥੇ ਹੋਣਗੇ। ਉਹ ਕਹਿੰਦੇ ਦਵਾਰਕਾ ਦੇ ਵਿੱਚ। ਮਹਾਤਮਾ ਬੁੱਧ ਨੂੰ ਪੁੱਛਿਆ, ਉਹ ਕਹਿੰਦੇ ਗਇਆ ਦੇ ਵਿੱਚ। ਤੇ ਮੁਹੰਮਦ ਸਾਹਿਬ ਨੂੰ ਪੁੱਛਿਆ, ਮੁਹੰਮਦ ਸਾਹਿਬ ਕਹਿਣ ਲੱਗੇ ਮੱਕੇ ਦੇ ਵਿੱਚ ਦਰਸ਼ਨ ਹੋਣਗੇ। ਅਵਤਾਰੀ ਪੁਰਖਾਂ ਨੇ ਵੱਖੋ ਵੱਖਰੀ ਧਰਤੀ ਦਾ ਜਿਹੜਾ ਨਾਮ ਸੀ ਉਹ ਲੈਤਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਮਨੁੱਖ ਨੂੰ ਐਡੀ ਵੱਡੀ ਪਦਵੀ ਬਖਸ਼ੀ ਹੈ। ਉਹ ਕਹਿੰਦੇ ਤੂੰ ਪਰਮਾਤਮਾ ਦਾ ਰੰਗ ਰੂਪ ਦੇਖਦਾ ਪੁੱਛਦਾ ਫਿਰਦਾ ਹੈ, ਪਰਮਾਤਮਾ ਨੂੰ ਲੱਭਦਾ ਫਿਰਦਾ ਹੈ। ਕਹਿੰਦੇ ਨਾਮ ਜਪ ਕੇ ਤੂੰ ਖੁਦ ਹੀ ਪਰਮਾਤਮਾ ਦਾ ਰੂਪ ਬਣ ਜਾ। ਪਹਿਲੀ ਪਾਤਸ਼ਾਹੀ ਤੋਂ ਲੈ ਕੇ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਗੁਰੂ ਨਾਨਕ ਮਹਾਰਾਜ ਨੇ ਘਰ ਘਰ ਦੇ ਵਿੱਚ ਜਾ ਕੇ, ਦੇਸ਼ਾਂ ਦੇ ਵਿੱਚ ਜਾ ਕੇ, ਪਰਦੇਸਾਂ ਦੇ ਵਿੱਚ ਜਾ ਜਾ ਕੇ ਗੁਰੂ ਨਾਨਕ ਮਹਾਰਾਜ ਨੇ
ਬੰਦਿਆਂ ਨੂੰ ਇੱਕੋ ਬਚਨ ਕਿਹਾ ਸੀ ਕਿ ਐ ਬੰਦੇ ਤੂੰ ਬੰਦਾ ਬਣ ਜਾ, ਕਿਉਂਕਿ ਨਾਮ ਜਪਣਾ, ਪਰਮਾਤਮਾ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ, ਭਗਤ ਸੇਵਾਦਾਰ ਬਾਅਦ ਵਿੱਚ ਬਣਦਾ, ਪਹਿਲਾਂ ਬੰਦੇ ਨੂੰ ਬੰਦਾ ਬਣਨਾ ਪੈਂਦਾ। ਜਿਹੜੇ ਮਨੁੱਖ ਦੇ ਅੰਦਰੋਂ ਇਨਸਾਨੀਅਤ ਜਾਗਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਦੱਸੇ ਹੋਏ ਮਾਰਗ 'ਤੇ ਚੱਲ ਸਕਦਾ। ਉਹੀ ਮਨੁੱਖ ਚੱਲੇਗਾ ਪਰਮਾਤਮਾ ਦੇ ਦੱਸੇ ਹੋਏ ਮਾਰਗ 'ਤੇ। ਅਤੇ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ 9 ਪਾਤਸ਼ਾਹੀਆਂ ਨੇ ਇਹ ਜਿਹੜਾ ਸਿੱਖੀ ਦਾ ਖੇਤ ਸੀ, ਇਹਨੂੰ ਤਿਆਰ ਕਰਦੇ ਰਹੇ ਮਹਾਰਾਜ। ਇਸ ਦੇ ਵਿੱਚ 233 ਸਾਲ ਲੱਗੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਹਰ ਇੱਕ ਪ੍ਰਾਨੀ ਨੂੰ ਅਸਲੀਅਤ ਮਾਰਗ ਹੈ ਜਿਹੜਾ ਉਹ ਦਿਖਾਇਆ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਤੋਂ ਕੱਲ੍ਹ ਆਪਾਂ ਸਰਵਣ ਕੀਤਾ ਸੀ ਕਿ ਇਸ ਪੰਥ ਦੇ ਵਿੱਚ ਇੱਕ ਮੋੜ ਆਇਆ, ਵਿਲੱਖਣਤਾ ਆਈ। ਜਿਹੜੇ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਚਪਨ ਤੋਂ ਲੈ ਕੇ ਘੋੜ ਸਵਾਰੀ, ਅਨੇਕਾਂ ਤਰ੍ਹਾਂ ਦੀ ਵਿੱਦਿਆ, ਗੁਰਮਤਿ ਦੇ ਧਾਰਨੀ, 4 ਜੰਗਾਂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਦੱਸੀਆਂ ਨੇ। 3 ਘੋੜੇ ਸੀ ਸਮਾਜ ਦੇ ਵਿੱਚ ਜਿਹੜੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰ ਨੂੰ ਚੱਕ ਸਕਦੇ ਸੀ। 1 ਘੰਟੇ ਬਾਅਦ ਘੋੜਾ ਬਦਲਣਾ ਪੈਂਦਾ ਸੀ, ਮਹਾਰਾਜ ਦਾ ਸਰੀਰ ਇੰਨਾ ਭਾਰੀ ਸੀ। 1 ਘੰਟੇ ਬਾਅਦ ਤੇ 3 ਹੀ ਘੋੜੇ ਮਹਾਰਾਜ ਦੇ ਸਰੀਰ ਨੂੰ ਚੁੱਕਦੇ ਸੀ। ਮਹਾਰਾਜ ਨੇ ਇੱਥੋਂ ਪੰਥ ਦੇ ਵਿੱਚ ਇੱਕ ਵਿਲੱਖਣਤਾ ਹੋਈ ਕਿ ਜਿੱਥੇ ਤੁਸੀਂ ਸ਼ਹਾਦਤਾਂ ਦੇਣ ਜਾਣਦੇ ਹੋ, ਜਿੱਥੇ ਤੁਸੀਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਵਰਗੀ ਨਿਮਰਤਾ ਰੱਖਣ ਜਾਣਦੇ ਹੋ, ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਵਾਂਗ ਤੁਸੀਂ ਸੇਵਾ ਕਰ ਸਕਦੇ ਹੋ, ਜਿੱਥੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਤਰ੍ਹਾਂ ਤੁਸੀਂ ਹੁਕਮ ਮੰਨ ਸਕਦੇ ਹੋ, ਉੱਥੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੁਸੀਂ ਇਹ ਵਿਲੱਖਣਤਾ ਵੀ ਰੱਖੋ ਕਿ ਤੁਸੀਂ ਜੰਗ ਕਰਨੀ ਵੀ ਸਿੱਖੋ। ਇੱਥੋਂ ਸ਼ੁਰੂਆਤ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ, ਛੇਵੀਂ ਜੋਤ ਨੇ ਇਹਨਾਂ ਨੂੰ ਜਿੱਥੇ ਗੁਰਮਤਿ ਦੇ ਧਾਰਨੀ ਬਣਾਇਆ, ਉੱਥੇ ਨਾਲ ਨਾਲ ਜਿਹੜੀ ਗੱਤਕਾ ਵਿੱਦਿਆ ਵੀ ਦਿੱਤੀ ਹੈ, ਢਾਡੀ ਵਾਰਾਂ ਵੀ ਬਖਸ਼ੀਆਂ, ਕਵੀਸ਼ਰੀ ਵੀ ਬਖਸ਼ੀ। ਇਹ ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਰਾਜ ਜੀਆਂ, ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਰਾਜ ਜੀਆਂ ਦੀ ਸਿਰਜਣਾ, ਅਕਾਲ ਪੁਰਖ ਮਹਾਰਾਜ ਦੀ ਕਿਰਪਾ ਨਾਲ ਇੱਥੋਂ ਹੁਕਮ ਜਾਰੀ ਹੁੰਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ। ਇਹ ਹੁਕਮ ਦੇ ਨਾਲ ਸੀ ਜਿਹੜਾ ਫਿਰ ਸਾਰੀਆਂ ਸਿੱਖ ਸੰਗਤਾਂ ਇੱਥੋਂ ਸੀ ਜਿਹੜਾ ਹੁਕਮ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਹਜੇ ਤੱਕ ਵੀ ਜਿੱਥੋਂ ਤੱਕ ਹੈ ਕਿ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਆਉਂਦਾ ਹੈ ਉਹਨੂੰ ਕੋਈ ਸਿੱਖ ਪੰਥ ਦੇ ਅੰਦਰ ਕੋਈ ਵਾਪਸ ਨਹੀਂ ਮੋੜਦਾ, ਉਹਨੂੰ ਸਿਰ ਮੱਥੇ ਮੰਨਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਪਰੰਪਰਾ ਮਰਿਆਦਾ ਚੱਲਦੀ ਰਹੀ ਹੈ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਛੋਟੀ ਉਮਰ ਦੇ ਵਿੱਚ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਉਮਰ ਸੀ ਤਕਰੀਬਨ 9 ਸਾਲ ਦੀ। ਕਸ਼ਮੀਰ ਦੇ ਪੰਡਤ ਆਏ। 9ਵੀਂ ਜੋਤ ਗੁਰੂ ਨਾਨਕ ਮਹਾਰਾਜ ਦੇ ਕੋਲ, ਸਾਡਾ ਪੰਥ ਖਤਰੇ 'ਚ ਹੈ। ਆਪ ਜੀਆਂ ਨੂੰ ਸਾਰੇ ਇਤਿਹਾਸ ਬਾਰੇ ਜਾਣੂ ਹੈ ਇਸ ਗੱਲ ਤੋਂ। ਉਹਨਾਂ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੋਬਿੰਦ ਰਾਏ ਜੀ ਕਹਿਣ ਲੱਗੇ, ਪਿਤਾ ਜੀ ਕੌਣ ਨੇ, ਕਿੱਥੋਂ ਆਏ ਨੇ? ਕਹਿੰਦੇ ਇਹਨਾਂ ਦਾ ਪੰਥ ਜਿਹੜਾ ਹੈ ਉਹ ਖਤਰੇ ਦੇ ਵਿੱਚ ਹੈ ਅਤੇ ਇਹਨਾਂ ਦੇ ਪੰਥ ਨੂੰ ਬਚਾਉਣ ਵਾਸਤੇ ਕੋਈ ਮਹਾਨ ਸ਼ਕਤੀਵਾਨ ਹੋਵੇ, ਕੋਈ ਜਪੀ ਤਪੀ ਹੋਵੇ, ਆਪਣੇ ਸੀਸ ਦਾ ਬਲੀਦਾਨ ਦੇ ਦੇ ਅਤੇ ਇਹਨਾਂ ਦਾ ਪੰਥ ਹੈ ਜਿਹੜਾ ਉਹ ਬਚਾਇਆ ਜਾ ਸਕਦਾ ਹੈ।
तो फिर गोबिंद राय जी ने उत्थे महाराज ने एक बचन किया सी अपने पिता नूं, कहन लगे पिता जी तुहाथों वड्डा कोई जपी तपी समाज दे विच होर कौन हो सकता है। इत्थे एक फिर विलक्षणता पैदा करती कि जिथे छेवें पातशाह हरगोबिंद साहिब जी महाराज जी ने सिखाया, सतवें पातशाह महाराज जी ने सिखाया, अठवें पातशाह गुरु हरकृष्ण साहिब जी महाराज का इतिहास, नौवें पातशाह गुरु तेग बहादुर साहिब जी महाराज नौवीं जोत ने सानू ये सिखाया कि जिस दे विच तुहाडी शरीर का भला नहीं है, तुहाडे शरीर का कोई भला नहीं, तुहाडे घर का भी कोई भला नहीं है। तुसीं वो काम करो कि सीस तुहाडा होवे, शरीर तुहाडा, धड़ तुहाडा, ये सिर वखरा हो जावे। पर गुरु तेग बहादुर साहब महाराज ने सिखाया कि अपने सीस का बलिदान दे के भी तुसीं किसी नूं बचाउण दे यतन करिओ। अपने सीस का बलिदान दे के भी तुसीं जे किसी की जान बचती है जां किसी का पंथ बचता है तो उन्होंने बचाए। गुरु नानक की नौवीं जोत कि जो कुछ भी तुसीं वार सकते हो उहदे उत्तों दी वार दिओ, उन्होंने जिमें भी हो सकता उन्होंने बचाओ। गुरु नानक महाराज जी ने ਜਿਹੜੇ रस्तिਆਂ तो भटके हुए बंदे सी उन्हां नूं इनसानीयत जगाई उन्हां दे अंदर कि तुसीं इंसान हो, तुसीं इंसान बनो, क्योंकि वहमां भरमां दे विच पखंडां दे विच दुनिया बहुत पै चुकी सी ते उन्हां समयां दे विच ते किसी नूं नाम जपण दा जां किसी धार्मिक स्थान ते जाण दा भी कोई अधिकार नहीं सी। ते गुरु नानक दी नौवीं जोत भावें गुरु नानक महाराज ने जंजू पाउण तो इनकार कर दिता सी, नहीं पाउणा, पर अज उसे जंजू वास्ते जितों ये गल कही सी कि नहीं पाउणा, अज उसे जंजू वास्ते दिल्ली जाके गुरु तेग बहादुर साहिब जी महाराज ने सीस का बलिदान दिता, उसे नूं बचाउण वास्ते। तां इहदा मतलब जो गुरु का पंथ सिख है उहदे कोल गुरु तेग बहादुर साहिब जी महाराज की बख्शी हुई ये वस्तु होवे कि जिहदे विच साडा बिल्कुल भी भला ना होवे, सानू भावें अपने सीस का बलिदान देना होवे पर किसी की असीं जान नूं बचा सकीए। कि असीं ये समर्था रखते हैं कि असीं अपने कोलों कुछ ना कुछ दे के किसी का भला कीता कर रहे हैं। तो जे गुरु साहिब जी महाराज कहते जे तू एक नहीं कर रहा तो फिर कर, जे कर रहे हैं तो गुरु साहिब जी महाराज कहन लगे तू फिक्र ना करी, गुरु नानक देव साहिब जी महाराज के दसे हुए मार्ग ते तू चल रही। नौवीं जोत गुरु तेग बहादुर साहिब महाराज। इतिहास तो आप जी तकरीबन जानी जानो 27 साल बाद गुरु गोबिंद सिंह महाराज ने अवतार धारण किया सी गुरु तेग बहादुर साहिब महाराज जी के घर। तो जदों माता जी ने बेनती की महाराज कहते पुत्रां दी दात बख्शदे हो, अनेकां तरह दीयां वस्तुआं बख्शदे हो, तो अपने घर दे विच भी फिर उत्थे गुरु साहिब जी महाराज जी ने कहा सी कि तुसीं तरवेणी संगम ते जाओ, इलाहाबाद की धरती उत्थे पुन्न दान करो, तुसीं पुन्न दान करन तो बाद ही तुहानूं पुत्र की दात मिलनी। ये भी वचन गुरु तेग बहादुर साहिब जी महाराज का नाम। और नाल गुरु तेग बहादुर साहिब जी नौवीं जोत गुरु नानक महाराज ने सानू ये सिखाया कि तुसी अपना सारा कुछ निशावर करके भी दूसरे का भला करो। ये गुण तेरे विच है। चलो उस तो बाद गुरु गोबिंद सिंह जी महाराज का समा। गुरु गोबिंद सिंह जी महाराज जी ने समाज दे विच अवतार धारण किया ते अनेकां तरह के रब्बी कौतक आप जी नूं पता है। सब तो पहली जंग
ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜਿਆ ਸੀ। ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਧਰਤੀ, ਜਿਸ ਦੇ ਵਿੱਚ ਉਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸ਼ਾਸਤਰ ਵਿਦਿਆ ਚਲਾਉਣੀ, ਅਨੇਕਾਂ ਤਰ੍ਹਾਂ ਦੇ ਸਿੰਘ ਜਥੇ ਤਿਆਰ ਕਰਨੇ, ਕਵਿਸ਼ਰੀਆਂ ਗਾਉਣੀਆਂ, 52 ਕਵੀ ਆਪਣੇ ਦਰਬਾਰ ਦੇ ਵਿੱਚ ਰੱਖਣੇ। ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਆਪ ਮਹਾਰਾਜ ਜੀਆਂ ਨੇ ਧਾਰਨ ਕੀਤਾ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਫਿਰ ਜਦੋਂ ਸਮਾਂ ਬਣਿਆ ਅਨੇਕਾਂ ਜੰਗਾਂ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੇਕਾਂ ਜੰਗਾਂ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਫਿਰ ਉਹੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਦੋਂ ਸਮਾਂ ਆਇਆ, ਕਿਹੜੀ ਗੱਲ ਦਾ? ਉਹ ਸਮਾਂ ਜਦੋਂ ਆਇਆ ਕਿ ਜਿਹੜੀਆਂ 230 ਸਾਲ ਪੂਰੇ ਹੋਣੇ ਸੀ, ਉਹ ਸਮਾਂ ਆ ਗਿਆ, ਉਹ ਦਿਨ ਆਇਆ। ਜਿਹੜੇ ਸਾਡੇ ਧਾਰਮਿਕ ਗ੍ਰੰਥ ਨੇ ਨਾ, ਉਹ ਭਾਵੇਂ ਕਿਸੇ ਵੀ ਧਰਮ ਦੇ ਗ੍ਰੰਥ ਹੋਣ, ਕਿਸੇ ਵੀ ਧਰਮ ਦੇ ਗ੍ਰੰਥ ਹੋਣ, ਮਨੁੱਖ ਮਾੜੇ ਹੋ ਸਕਦੇ ਨੇ, ਹਰੇਕ ਧਰਮ ਦੇ ਵਿੱਚ ਕੋਈ ਗ੍ਰੰਥ ਨਹੀਂ ਮਾੜਾ ਹੋ ਸਕਦਾ। ਹਜ਼ਰਤ ਮੁਹੰਮਦ ਸਾਹਿਬ ਕਹਿੰਦੇ 230 ਸਾਲ ਲੱਗੇ ਨੇ ਬੰਦੇ ਦਾ ਬੁੱਤ ਬਣਾਉਣ ਵਾਸਤੇ ਅੱਲਾ ਨੂੰ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 1469 ਦੇ ਵਿੱਚ ਪ੍ਰਗਟੇ ਨੇ, ਤੇ ਉਹਦੇ ਵਿੱਚ 230 ਸਾਲ ਪਾਉਂਦੇ ਤੇ 1699 ਵਿਸਾਖੀ ਵਾਲਾ ਦਿਨ ਜਿਹੜਾ ਹੁਣ ਦਿਹਾੜਾ ਮਨਾਇਆ ਜਾਣਾ ਇਹ ਦਿਨ ਬਣਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਸਮਾਂ ਬਣਿਆ, ਸਾਰੀ ਦੀਆਂ ਸਾਰੀਆਂ ਸੰਗਤਾਂ ਨੂੰ ਸੀ ਜਿਹੜੇ ਹੁਕਮਨਾਮੇ ਲਿਖ ਕੇ ਭੇਜੇ ਗਏ ਕਿ ਭਾਈ ਸਾਰੀਆਂ ਸੰਗਤਾਂ ਨੇ ਆਪਾਂ ਇਕੱਤਰ ਹੋਣਾ, ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਉਹ ਸਾਰੇ ਦੇ ਸਾਰੇ ਕਿਹੜੇ ਨੇ ਉਹ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਉਣ, ਤੇ ਇੱਥੋਂ ਜਿਹੜੇ ਨੇ ਹੁਕਮਨਾਮੇ ਜਾਰੀ ਹੋਣੇ ਨੇ। ਇਹ ਜਦੋਂ ਸਾਰੇ ਹੁਕਮਨਾਮੇ ਲਿਖ ਲਿਖ ਕੇ ਭੇਜੇ ਨਾ, ਤੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹੁਕਮ ਦੀ ਉਡੀਕ ਕਰਦੇ ਹੁੰਦੇ ਸੀ ਦੁਨੀਆਦਾਰੀ ਦੇ ਲੋਕ। ਕਿਉਂ? ਕਿਉਂਕਿ ਉਹ ਚਾਹੁੰਦੇ ਹੁੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਈ ਹੁਕਮ ਕਰਨ ਤੇ ਅਸੀਂ ਆਪਣਾ ਸਾਰਾ ਕੁਝ ਨਿਸ਼ਾਵਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮੰਨੀਏ। ਉਹਨਾਂ ਟਾਈਮਾਂ ਦੇ ਵਿੱਚ ਹੁਕਮ ਦੀ ਉਡੀਕ ਕੀਤੀ ਜਾਂਦੀ ਸੀ ਕਿ ਕੋਈ ਗੁਰੂ ਦੇ ਘਰ ਦੇ ਵਿੱਚੋਂ ਪਰਮਾਤਮਾ ਦਾ ਕੋਈ ਹੁਕਮ ਆਵੇ ਤੇ ਉਹ ਹੁਕਮ ਦੀ ਅਸੀਂ ਪਾਲਣਾ ਕਰੀਏ। ਹੁਣ ਦੁਨੀਆ ਇਸ ਦੇ ਉਲਟ ਹੋ ਗਈ ਹੈ। ਹੁਣ ਦੁਨੀਆ ਕਹਿੰਦੀ ਹੈ ਕਿ ਅਸੀਂ ਬਾਅਦ ਵਿੱਚ ਜਾਈਏ, ਜਦੋਂ ਅਸੀਂ ਜਾਈਏ ਉਦੋਂ ਗੁਰੂ ਦਾ ਹੁਕਮ ਆਵੇ, ਉਦੋਂ ਗੁਰੂ ਦਾ ਹੁਕਮ ਆਵੇ। ਹੁਣ ਦੁਨੀਆ ਇਹ ਚਾਹੁੰਦੀ ਹੈ। ਹੁਣ ਤੇ ਦੁਨੀਆ ਇਹ ਚਾਹੁੰਦੀ ਹੈ ਕਿ ਜਦੋਂ ਅਸੀਂ ਜਾਗੀਏ, ਸਾਨੂੰ ਅਸੀਂ ਜਾਗੀਏ ਤੇ ਸਾਡੇ ਜਾਗਦਿਆਂ ਨੂੰ ਗੁਰੂ ਦਾ ਹੁਕਮ ਸੁਣਾਈ ਦੇਵੇ। ਇਹ ਨਹੀਂ ਸ਼ਾਮ ਨੂੰ ਕਹਿ ਕੇ ਪੈਂਦੇ ਕਿ ਗੁਰੂ ਪਰਮਾਤਮਾ ਕਿਰਪਾ ਕਰਿਓ ਕਿ ਜਦੋਂ ਸੁਬਾਹ ਅੰਮ੍ਰਿਤ ਵੇਲੇ ਦਾ ਆਪ ਜੀ ਦੇ ਘਰ ਦਾ ਹੁਕਮਨਾਮਾ ਆਵੇਗਾ ਨਾ, ਆਪ ਜੀ ਕਿਰਪਾ ਕਰਿਓ ਕਿ ਮੈਂ ਉਸ ਤੋਂ ਪਹਿਲਾਂ ਜਾਗਦਾ ਹੋਵਾਂ ਤਾਂ ਕਿ ਤੁਹਾਡੇ ਹੁਕਮ ਨੂੰ ਮੈਂ ਸੁਣ ਸਕਾਂ। ਇਹ ਨਹੀਂ ਬੇਨਤੀ ਕਰਕੇ ਪੈਣੀ। ਇਹ ਹੁਕਮ ਲਾਗੂ ਕਰਨਾ ਕਿ ਜਿਹੜਾ ਹੁਕਮਨਾਮਾ ਗੁਰੂ ਸਾਹਿਬ ਜੀ ਮਹਾਰਾਜ ਦਾ ਉਹ ਜਦੋਂ ਅਸੀਂ ਜਾਈਏ ਉਦੋਂ ਹੋਵੇ। ਬਥੇਰੇ ਇਹ ਤੇ ਹੁਣ ਦੁਨੀਆਦਾਰੀ ਦੇ ਕਦੇ ਸਾਲ ਤੋਂ ਕਦੇ ਕੋਈ ਰੱਬੀ ਸਬਬੀ ਕਿਸੇ ਨੇ ਗੇੜਾ ਮਾਰਨਾ ਹੋਵੇ ਨਾ ਗੁਰਦੁਆਰੇ, ਕੋਈ ਹੁੰਦਾ ਕੋਈ ਪ੍ਰੋਗਰਾਮ ਰੱਖ ਲੈਂਦਾ, ਕੋਈ ਕਿਸੇ ਦੇ ਸਹਿਜ ਪਾਠ ਦਾ ਭੋਗ ਹੈ, ਕੋਈ ਸੁਖਮਣੀ ਸਾਹਿਬ ਹੈ, ਜਾਂ ਅਨੇਕਾਂ ਤਰ੍ਹਾਂ ਦੇ ਅਸੀਂ ਸਾਰੇ ਸੁੱਖ ਦੁੱਖ ਹੈ ਪਰਮਾਤਮਾ ਦੇ ਨਾਲ ਇੱਥੇ ਘਰ ਦੇ ਵਿੱਚ ਸਾਂਝੇ। ਕਦੇ ਰੱਬੀ ਸਬਬੀ ਗੇੜਾ ਮਾਰਨਾ ਹੋਵੇ, ਇਹ ਨਹੀਂ ਬੰਦਾ ਸ਼ਾਮ ਨੂੰ ਕਹਿ ਕੇ ਪੈਂਦਾ ਕਿ ਪਰਮਾਤਮਾ ਕਿਰਪਾ ਕਰਿਓ ਸੁਬਾਹ ਮੈਂ ਆਪ ਜੀ ਦੇ ਘਰ ਦੇ ਵਿੱਚ ਆਉਣਾ ਤੇ ਸੁਬਾਹ ਆਪ ਜੀ ਦੇ ਹੁਕਮ ਤੋਂ ਮੈਂ ਪਹਿਲਾਂ ਬੈਠਾ ਹਾਂ, ਮੈਂ ਇਹੋ ਜਿਹੀ ਕਿਰਪਾ ਮੇਰੇ ਤੇ ਕਰਿਓ ਤਾਂ ਕਿ ਮੈਂ ਆਪ ਜੀ ਦਾ ਹੁਕਮ ਹੈ ਜਿਹੜਾ ਸੁਚੱਜੇ ਢੰਗ ਦੇ ਨਾਲ ਸੁਣੋ। ਨਾ ਨਾ ਨਾ, ਇਹ ਗੱਲ ਨਹੀਂ ਕਰਕੇ ਪੈਂਦਾ। ਇਹ ਤੇ ਬੰਦਾ ਸ਼ਾਮ ਨੂੰ ਹੁਕਮ ਲਾਗੂ ਕਰਕੇ ਪੈਂਦਾ ਕਿ ਕੱਲ੍ਹ ਨੂੰ ਜਦੋਂ ਸੁਬਾਹ ਮੈਂ ਆਵਾਂ ਮੇਰੇ ਆਏ ਤੋਂ ਅਰਦਾਸ ਹੋ, ਮੇਰੀ ਆਏ ਤੋਂ ਹੁਕਮ ਹੋਵੇ। ਤੇ ਜੇ ਕਦੇ ਹੋ ਜੇ
कोई 5-4 मिनट है, क्योंकि बंदा मसां ही भज नੱਠ के विचारे पहुँचते हैं, किहड़ा गुरु का हुक्म सुनने वास्ते किसी के कोल समा हैगा। भज नੱਠ के पहुँचते हैं। जे कदी 5-4 मिनट गुरु का हुक्म ते गुरु के अगे अरदास बेनती पहला हो जे, फिर तो कह देंदे ने, कहते ले ते सारा कुछ पहले ही कर दिता, कहते हजे असी ते आए ही नहीं सी, भी हुण तू वड्डा है कि गुरु का हुक्म वड्डा है, तू वड्डा है जां गुरु के अगे गुरु के संगत जिहड़ी भावनावां करके अरदास करदी है वो वड्डी है। अजोके समय का मनुख कहता कि जदों मैं जावां हुक्मनामा उदों होवे। पुरातन समय के सिख जिहड़े हुंदे सी वो 12 च खड़ के उड़ीकदे हुंदे सी कि गुरु गोबिंद सिंह महाराज का हुक्म आवे ते असीं उहदी पालन पोषणा करन वास्ते टाइम दे नाल गुरु के चरनां दे विच पहुँच सकीए। अज गुरु साहिब जी महाराज ने किरपा की है, हुक्मनामे सिखां नूं भेजे हैं ते सिखां ने वो सारे दे सारे हुक्मनामे जिहड़े पढ़े ने ते पढ़ के गुरु गोबिंद सिंह जी महाराज जियां दे पावन पवित्र स्थान आनंदपुर साहिब ते वड्डी तादाद दे विच सिख संगतां जिहड़ियां ने वो इकत्तर होईयां ने। गुरु साहिब जी महाराज किरपा करन। बाकी दा रहिंदा जिहड़ा इतिहास है वो आपां कल अते परसों दे 2 दिनां दे विच सरवण करांगे। गुरु साहिब जी महाराज ने महान किरपा कीती है। अज इत्थे समाप्ति का समा, भुल्लां चुकां दी खिमा आईयां संगतां दा धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की